ਇਲੈਕਸ਼ਨ ਕਮਿਸ਼ਨ ਜਿਹੜੇ ਇਲੈਕਸ਼ਨਸ ਕਰਾ ਰਿਹਾ ਹੈਗਾ ਵਾ ਉਹ ਕਪੂਰਥਲੇ ਦੇ ਵਿੱਚ ਫੇਅਰ ਇਲੈਕਸ਼ਨ ਨਜ਼ਰ ਨਹੀਂ ਆ ਰਹੀ ਹੈ। 1 ਕਰੋੜ ਰੁਪਈਆ ਦਾ ਵਿਦ ਬੈਂਕ ਵੀ ਇਹ ਬਿਗ ਫਰਾਡ ਹੈਗਾ। ਤੁਸੀਂ ਸਮਝ ਸਕਦੇ ਹੋ ਕਿ ਰਾਣਾ ਜੀ ਦਾ ਕਿੰਨਾ ਪ੍ਰੈਸ਼ਰ ਹੈ, ਕਿੰਨੀ ਡੋਮੀਨੇਟਿੰਗ ਪਰਸਨੈਲਿਟੀ ਹੈ ਇਹ। ਇੱਥੇ ਆਰਡੀਨਰੀ ਬੰਦੇ ਨੂੰ ਉਹਦੀ 10 ਲੱਖ ਦੀ ਪ੍ਰਾਪਰਟੀ ਵੀ ਹੈ ਤੇ ਲੱਖ ਰੁਪਈਆ ਲੋਨ ਬੈਂਕ ਦੇਣ ਨੂੰ ਤਿਆਰ ਨਹੀਂ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤਦਾਨਾਂ ਦੇ ਵੱਲੋਂ ਲਗਾਤਾਰ ਇੱਕ ਦੂਜੇ ਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਉਮੀਦਵਾਰ ਮੈਡਮ ਮੰਜੂ ਰਾਣਾ ਦੇ ਵੱਲੋਂ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਤੇ ਕਈ ਵੱਡੇ ਇਲਜ਼ਾਮ ਲਗਾਏ ਗਏ ਨੇ, ਜਿੱਥੇ ਮੰਜੂ ਰਾਣਾ ਦਾ ਕਹਿਣਾ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਆਪਣੀ ਹੀ ਪਾਰਟੀ ਨੂੰ ਧੋਖਾ ਦਿੱਤਾ ਹੈ, ਜਿੱਥੇ ਚੋਣ ਕਮਿਸ਼ਨ ਨੂੰ ਧੋਖੇ ਦੇ ਵਿੱਚ ਰੱਖ ਕੇ ਝੂਠਾ ਹਲਫੀਆ ਬਿਆਨ ਫਾਈਲ ਦੇ ਵਿੱਚ ਦਿੱਤਾ। ਰਾਣਾ ਗੁਰਜੀਤ ਸਿੰਘ ਦੇ ਵੱਲੋਂ ਕਈ ਤੱਥਾਂ ਨੂੰ ਛੁਪਾਇਆ ਗਿਆ। ਉਹਨਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ, ਪਰ ਚੋਣ ਕਮਿਸ਼ਨ ਵੀ ਸਰਕਾਰ ਦੇ ਦਬਾਅ ਦੇ ਵਿੱਚ ਆ ਕੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਤੋਂ ਬਾਹਰ ਵਾਲੇ ਅਧਿਕਾਰੀਆਂ ਦੀ ਚੋਣਾਂ ਦੇ ਵਿੱਚ ਡਿਊਟੀ ਲਗਾਈ ਜਾਵੇ, ਕਿਉਂਕਿ ਚੋਣਾਂ ਦੇ ਵਿੱਚ ਕਪੜੇਬਾਜ਼ੀ ਹੋ ਸਕਦੀ ਹੈ। ਰਾਣਾ ਗੁਰਜੀਤ ਸਿੰਘ ਕੁਝ ਵੀ ਕਰਵਾ ਸਕਦੇ ਨੇ। ਇਸ ਦੇ ਨਾਲ ਹੀ ਮੰਜੂ ਰਾਣਾ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ, ਆਓ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ। ਪ੍ਰੈਸ ਕਾਨਫਰੰਸ ਅਸੀਂ ਇਸ ਮੁੱਦੇ ਨੂੰ ਲੈ ਕੇ ਕੀਤੀ ਗਈ ਹੈ ਕਿ ਜਿਹੜੀ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਜਿਹੜੇ ਇਲੈਕਸ਼ਨਸ ਕਰਾ ਰਿਹਾ ਹੈਗਾ ਵਾ ਉਹ ਕਪੂਰਥਲੇ ਦੇ ਵਿੱਚ ਫੇਅਰ ਇਲੈਕਸ਼ਨ ਨਜ਼ਰ ਨਹੀਂ ਆ ਰਹੀ ਹੈਗੀ। ਜਿਹੜਾ ਰਾਣਾ ਸਾਹਿਬ ਨੇ ਐਫੀਡੇਵਿਟ ਫਾਈਲ ਕੀਤਾ ਹੈਗਾ ਵਾ ਨੋਮੀਨੇਸ਼ਨ ਦੇ ਫਾਰਮ ਦੇ ਵਿੱਚ, ਇੱਕ ਤਾਂ ਸੈਲਫ ਕੰਟਰਾਡਿਕਟਰੀ ਆ, ਦੂਸਰਾ ਮਟੀਰੀਅਲ ਫੈਕਟਸ ਦੇ ਉੱਤੇ ਫਾਲਸ ਐਫੀਡੇਵਿਟ ਹੈਗਾ। ਉਸ ਐਫੀਡੇਵਿਟਸ ਨੂੰ ਕਿਉਂਕਿ ਲਾਸਟ ਇਲੈਕਸ਼ਨਸ ਜਿੱਦਣ ਫਾਰਮ ਸਬਮਿਟ ਕਰਨੇ ਸੀ ਉਹ ਲਾਸਟ ਡੇਟ ਸੀਗੀ 1 ਫਰਵਰੀ 2022 3 ਵਜੇ ਤੱਕ। ਉਸ ਤੋਂ ਬਾਅਦ 24 ਆਵਰਸ ਦੇਣੇ ਸੀ ਸਾਨੂੰ ਆਬਜੈਕਸ਼ਨਸ ਫਾਈਲ ਕਰਨ ਲਈ। ਉਹ ਬੰਨੇ ਸੀ 2 ਫਰਵਰੀ 3 ਵਜੇ ਤੱਕ। 3 ਵਜੇ ਤੋਂ ਬਾਅਦ ਇਹ ਆਫਿਸ ਕੰਮ ਨਹੀਂ ਕਰਦਾ, ਰਿਟਰਨਿੰਗ ਆਫਿਸਰ, ਟਾਈਮ ਹੀ ਇਹਨਾਂ ਦਾ ਸ਼ਡਿਊਲ ਹੈ। ਲੇਕਿਨ ਜਿਹੜੇ 24 ਆਵਰਸ ਸੀਗੇ ਦੇਣੇ ਉਹ ਸਾਨੂੰ ਨਹੀਂ ਦਿੱਤੇ। ਰਾਦਰ 1 ਫਰਵਰੀ 2003 ਜਿਹੜੀ 1 ਫਰਵਰੀ 2022 ਸੀਗੀ ਉਹਦੀ ਜਿਹੜੀ ਸਾਡੀ ਸਕਰੂਟਨੀ ਕਰਨੀ ਸੀ ਬੁਲਾ ਕੇ ਐਕਸੈਪਟ ਜਾਂ ਰਿਜੈਕਟ, ਉਹ 3 ਫਰਵਰੀ ਨੂੰ ਹੋਣੇ ਸੀਗੇ। ਲੇਕਿਨ ਇਹਨਾਂ ਨੇ ਇਮੀਡੀਏਟ 1 ਮਿੰਟ ਇਹਨਾਂ ਨੇ ਕੀ ਕੀਤਾ ਹੈਗਾ 2 ਫਰਵਰੀ ਨੂੰ ਵਿਦਆਊਟ ਗਿਵਿੰਗ ਅਸ 24 ਆਵਰਸ ਟਾਈਮ ਆਬਜੈਕਸ਼ਨ ਫਾਈਲ ਕਰਨ ਦਾ, ਇਹਨਾਂ ਨੇ 2 ਫਰਵਰੀ ਨੂੰ 11 ਵਜੇ ਸਾਨੂੰ ਬੁਲਾ ਕੇ ਫਾਰਮਸ ਜਿਹਨਾਂ ਦੇ ਅਸੈਪਟ ਕਰਨੇ ਸੀ ਅਸੈਪਟ ਕੀਤੇ ਤੇ ਰਿਜੈਕਟ ਕੀਤੇ। ਉਹਦੇ ਨਾਲ ਸਾਨੂੰ ਇਹ ਨੁਕਸਾਨ ਹੋਇਆ ਕਿ ਰਾਣਾ ਸਾਹਿਬ ਨੇ ਜਿਹੜਾ ਮਟੀਰੀਅਲ ਫੈਕਟਸ ਦੇ ਉੱਤੇ ਫਾਲਸ ਐਫੀਡੇਵਿਟ ਦਿੱਤਾ ਵਾ ਔਰ ਮਟੀਰੀਅਲ ਫੈਕਟਸ ਦੇ ਉੱਤੇ ਸੈਲਫ ਕੰਟਰਾਡਿਕਟਰੀ ਐਫੀਡੇਵਿਟ ਦਿੱਤਾ ਵਾ, ਉਹਦੇ 'ਤੇ ਅਸੀਂ ਆਬਜੈਕਸ਼ਨਸ ਨਹੀਂ ਕਰ ਪਾਏ ਹੈਗੇ। ਉਹ ਫਾਰਮ ਰਿਜੈਕਟ ਹੋਣਾ ਚਾਹੀਦਾ ਸੀਗਾ, ਲੇਕਿਨ ਐਡਮਿਨਿਸਟ੍ਰੇਸ਼ਨ ਦੀ ਮਿਲੀ ਭੁਗਤ ਕਰਕੇ ਇਹ ਕੰਮ ਇਮੀਡੀਏਟਲੀ ਕੀਤਾ ਗਿਆ ਤਾਂ ਕਿ ਜੇ ਟਾਈਮ ਦੇਵਾਂਗੇ ਤੇ ਆਪੋਜੀਸ਼ਨ ਸਪੈਸ਼ਲੀ ਆਮ ਆਦਮੀ ਪਾਰਟੀ ਇਸ ਚੀਜ਼ ਤੇ ਆਬਜੈਕਸ਼ਨ ਰੇਜ਼ ਕਰੂਗੀ ਜਿਹੜੇ ਕਿ ਫਾਲਸ ਫੈਕਟਸ ਦਿੱਤੇ ਗਏ ਹੈਗੇ ਐਫੀਡੇਵਿਟ ਦੇ ਵਿੱਚ। ਕਮੀ ਕੀ ਸੀ? ਸਭ ਤੋਂ ਪਹਿਲੀ ਕਮੀ ਤਾਂ ਇਹ ਹੈਗੀ ਐਫੀਡੇਵਿਟ ਦੇ ਵਿੱਚ ਕਿ ਇਹਨਾਂ ਨੇ ਜਿਹੜੀ ਏਕਤਾ ਭਵਨ 45 ਮਰਲੇ ਦੇ ਵਿੱਚ ਬਣਾਇਆ ਹੋਇਆ ਹੈਗਾ ਵਾ, ਉਹਦਾ ਵੇਰਵਾ ਇਹਨਾਂ ਨੇ ਦਿੱਤਾ ਆਪਣੀ ਵਾਈਫ ਦੇ। ਉਹ ਜਿਹੜਾ ਏਕਤਾ ਭਵਨ 45 ਮਰਲੇ 'ਚ ਉਹ 'ਚ ਦੇ ਵਿੱਚੋਂ 1 ਕਨਾਲ 13.25 ਮਰਲੇ ਪ੍ਰੋਪਰਟੀ ਜਿਹੜੀ ਆ ਉਹ ਇਹਨਾਂ ਦੀ ਵਾਈਫ ਰਾਜਵੰਸ਼ ਕੌਰ ਦੇ ਨਾਂ 'ਤੇ ਹੈਗੀ ਆ, ਅਤੇ 12.5 ਮਰਲੇ ਜਿਹੜੀ ਜ਼ਮੀਨ ਆ ਉਹ ਇਹਨਾਂ ਦੀ ਭਰਜਾਈ ਸੁਖੀ ਦੇ ਨਾਂ 'ਤੇ ਹੈਗੀ ਆ। ਲੇਕਿਨ ਇਹਨਾਂ ਦਾ ਨੋਮੀਨੇਸ਼ਨ ਫਾਰਮ ਵੀ ਰਿਜੈਕਟ ਹੋਣਾ ਸੀਗਾ ਕਿਉਂਕਿ ਇਹਨਾਂ ਨੇ ਨੋਮੀਨੇਸ਼ਨ ਫਾਰਮ ਦੇ ਵਿੱਚ ਐਗਜ਼ੈਕਟ ਐਡਰੈਸ ਦੇਣਾ ਹੁੰਦਾ ਹੈਗਾ। ਇਹਨਾਂ ਦਾ ਏਕਤਾ ਭਵਨ ਜਿਹੜਾ ਵਾ ਉਹ ਮਨਸੂਰਵਾਲ ਦੋਨਾਂ ਦੇ ਵਿੱਚ ਹੈਗਾ। ਇਹਨਾਂ ਨੇ ਜਾਣ ਬੁੱਝ ਕੇ ਮਨਸੂਰਵਾਲ ਦੋਨਾਂ ਦੀ ਰੈਫਰੈਂਸ ਨਹੀਂ ਦਿੱਤੀ ਕਿਉਂਕਿ ਫਰੰਟ ਪੇਜ ਹੀ ਸਭ ਤੋਂ ਇੰਪੋਰਟੈਂਟ ਪੇਜ ਹੈ ਐਫੀਡੇਵਿਟ ਦਾ। ਉਹਦੇ ਵਿੱਚ ਇਹਨਾਂ ਨੇ ਆਪਣਾ ਐਡਰੈਸ ਸਿੰਪਲ ਲਿਖ ਦਿੱਤਾ, ਰਾਣਾ ਗੁਰਜੀਤ ਸਿੰਘ, ਏਕਤਾ ਭਵਨ ਰੈਜ਼ੀਡੈਂਟ ਤੇ ਸਰਕੂਲਰ ਰੋਡ ਕਪੂਰਥਲਾ। ਆਪਣੇ ਪਿੰਡ ਦਾ ਮਨਸੂਰਵਾਲ ਦੋਨਾਂ ਦਾ ਭੋਗ ਵੀ ਨਹੀਂ ਪਾਇਆ ਹੈਗਾ। ਇੱਥੇ ਤੱਕ ਕਿ ਕਿਉਂਕਿ ਮਨਸੂਰਵਾਲ ਦੋਨਾਂ ਦੇ ਵਿੱਚ ਤੁਹਾਡੇ ਕਹਿਣ ਦਾ ਮਤਲਬ ਕਿ ਮਨਸੂਰਵਾਲ ਪਿੰਡ ਦੇ ਵਿੱਚ ਆਉਂਦੀ ਸੀ ਸ਼ਹਿਰ ਤੋਂ ਬਾਹਰ ਤਾਂ ਉਹਦੀ ਕੀਮਤ 109 ਕਰੋੜ ਰੁਪਏ ਵੈਲਿਊਏਸ਼ਨ ਜਾਰੀ ਹੈ। ਇੱਕ ਗੱਲ ਸੁਣੋ, ਮੈਨੂੰ ਦੱਸੋ, ਸਾਰਾ ਕਪੂਰਥਲਾ ਤੁਸੀਂ ਕਿਸੇ ਹੋਟਲ ਦੀ ਵੈਲਿਊ ਨਹੀਂ ਹੈਗੀ ਇੱਥੇ ਕਪੂਰਥਲੇ ਦੇ ਵਿੱਚ। ਕਪੂਰਥਲਾ ਇੱਕ ਛੋਟਾ ਜਿਹਾ ਪਿੰਡ ਹੈ, ਠੀਕ ਹੈ ਨਾ।
ਉਹਦੇ ਤੇ 109 ਕਰੋੜ ਰੁਪਇਆ 45 ਮਰਲੇ ਦੀ ਕੋਠੀ ਹੈ, ਉਹਦੇ 'ਚ ਮੁਸ਼ਕਲ ਨਾਲ 35 ਮਰਲਾ ਏਰੀਆ ਕਵਰਡ ਹੈ। ਤੇ ਤੁਸੀਂ ਮੈਨੂੰ ਦੱਸੋ ਮਨਸੂਰਵਾਲ ਦੋਨਾਂ ਦੇ ਵਿੱਚ ਜਿੰਨੀ ਮਰਜ਼ੀ ਤੁਸੀਂ ਕਰ ਲਓ, ਉੱਥੇ ਕੋਈ ਗੋਲਡ ਦੇ ਉਹ ਨਹੀਂ ਲੱਗੇ ਹੋਏ ਹੈਗੇ ਪਿੱਲਰ ਜਿਹਦੀ ਕੀਮਤ 109 ਕਰੋੜ ਦਿਖਾਣੀ ਹੈਗੀ ਆ। ਉਹ ਤਾਂ ਇਹਨਾਂ ਦਾ ਇੰਨਾ ਜ਼ਿਆਦਾ ਰਾਣਾ ਗੁਰਜੀਤ ਸਿੰਘ ਦਾ ਇਨਫਲੂਐਂਸ ਹੈ ਕਿ ਬੈਂਕ ਤੇ ਪ੍ਰੈਸ਼ਰ ਪਾ ਕੇ 45 ਮਰਲੇ ਦੀ ਕੋਠੀ ਤੇ 109 ਕਰੋੜ ਰੁਪਈਆ ਲੋਨ ਲਿੱਤਾ ਗਿਆ ਹੈਗਾ। ਕਿੰਨੇ ਦੀ ਹੇਰਾਫੇਰੀ ਸਮਝਦੇ ਪਏ ਹੋ? 9 ਕਰੋੜ ਨੂੰ 109 ਕਰੋੜ ਬਣਾਇਆ ਗਿਆ ਵਾ। 9 ਤੁਸੀਂ ਮੈਕਸਿਮਮ ਕਹਿ ਲਓ 8 ਕਰੋੜ ਦੀ ਹੋਊਗੀ। 101 ਕਰੋੜ ਰੁਪਈਆ ਦਾ ਵਿਦ ਬੈਂਕ ਵੀ ਇਹ ਬਿਗ ਫਰਾਡ ਹੈਗਾ। ਇਹ ਜੋ ਵੀ ਕੁਝ ਹੋ ਰਿਹਾ ਰਲ ਮਿਲ ਕੇ ਹੋ ਰਿਹਾ ਹੈਗਾ। ਤੁਸੀਂ ਸਮਝ ਸਕਦੇ ਹੋ ਕਿ ਰਾਣਾ ਜੀ ਦਾ ਕਿੰਨਾ ਪ੍ਰੈਸ਼ਰ ਹੈ, ਕਿੰਨੀ ਡੋਮੀਨੇਟਿੰਗ ਪਰਸਨੈਲਿਟੀ ਹੈ ਇਹ। ਇੱਥੇ ਆਰਡੀਨਰੀ ਬੰਦੇ ਨੂੰ ਉਹਦੀ 10 ਲੱਖ ਦੀ ਪ੍ਰਾਪਰਟੀ ਵੀ ਹੈ ਤੇ ਲੱਖ ਰੁਪਈਆ ਲੋਨ ਬੈਂਕ ਦੇਣ ਨੂੰ ਤਿਆਰ ਨਹੀਂ ਹੁੰਦਾ। ਮਤਲਬ ਕਿ ਬੈਂਕਾਂ 'ਚ ਵੀ ਮਿਲੀ ਭੁਗਤ ਵਾ, ਬੈਂਕਾਂ 'ਚ ਵੀ ਮਿਲੀ ਭੁਗਤ ਹੈ, ਇਨਕਮ ਟੈਕਸ ਡਿਪਾਰਟਮੈਂਟ 'ਚ ਵੀ ਇਹਨਾਂ ਦੀ ਮਿਲੀ ਭੁਗਤ ਹੈ। 40 ਏਕੜ ਮੈਨੂੰ ਇੱਕ ਐਗਜ਼ਾਮਪਲ ਦੇ ਦਿਓ ਕਪੂਰਥਲੇ ਦਾ ਕਿ ਅੱਜ ਅਗਰ 40 ਏਕੜ ਦੇ ਉੱਤੇ 1.25 ਕਰੋੜ ਰੁਪਈਆ ਇਨਕਮ ਹੋਵੇ ਤੇ ਮੇਰਾ ਹਰ ਕਿਸਾਨ ਵੀਰ ਜਿਹੜਾ ਹੈ ਨਾ ਉਹ ਮਹਿਲ ਪਾ ਕੇ ਬੈਠਾ ਹੋਵੇ। और 40 एकड़ वाले भी रोटी तो तरस रहे हैगे आ। 100% इस एफीडेविट च मैंशन करना सीगा। इन्हां ने अपनी वाइफ की राइट एंड जिहड़ी लाइबिलिटी सीगी बैंक के प्रति उन्होंने नील शो किया होया वा, यानी एक मेजर कंसीलमेंट की गई हैगी आ। फॉल्स एफीडेविट च इन्हां दी प्रोसीक्यूशन होनी चाहिए सीगी ते ये एफीडेविट जिहड़ा वा रिजैक्ट होना चाहिए सीगा। इस संबंधी कोई इलैक्शन कमीशन या प्रशासन ने कंप्लेंट असी कंप्लेंट की लेकिन साडी कंप्लेंट नूं रिजैक्ट कर दिता गया कि असी थोड़ी प्रेजेंस दे विच मतलब कि नॉमीनेशन फॉर्म एक्सैप्ट किया, तुसी ऑब्जैक्शन उदों रेज़ नहीं की। असी उदों रेज़ क्यों नहीं कर पाए? क्योंकि असी वेट कर रहे सी 24 आवर्स दे विच असी आराम नाल बैठ के एफीडेविट पढ़ांगे, उहदे कंटेंट्स चो गो थ्रू होवांगे क्योंकि बहुत मन्यूट डिटेल है। उहदा सानूं इन्हां ने जानबुझ के नहीं मौका दिता हैगा। अदरवाइज जो मौका दिता होंदा ये एफीडेविट ये इन्हां दे नॉमीनेशन फॉर्म जिहड़े वो रिजैक्ट हो जाने सी। मैडम हम तुसीं इलैक्शन कमीशन नूं की मांग की कर रहे हो? असी इलैक्शन कमीशन नूं मंग करते हैं कि ये जिहड़ा जो भी किया गया दैट वाज नॉट फेयर, दैट इज़ अगेंस्ट द रूल एंड रेगूलेशन ऑफ द इलैक्शन कमीशन। क्योंकि 24 आवर्स का एग्जैक्ट पीरियड जिहड़ा वा नॉमीनेशन की डेट तो बाद सानूं मिलना चाहिए सीगा। मैडम इत्थे तुसीं कोई पहले भी गल की कि प्रशासन अधिकारियों भी बदलने की गल कर रहे कि मतलब कि देखो तुसीं खुद देखो जे सानूं 24 आवर्स का टाइम नहीं मिलिया क्योंकि राणा जी नहीं चाहते सीगे कि मेरे एफीडेविट नूं कोई प्रॉपरली सिक्योनाइज कर पावे और मेरे ते कोई ऑब्जैक्शन लगे तो ये नॉमीनेशन मेरी रिजैक्ट होवे तो वो रिटर्निंग ऑफिसर जो भी बंदे आए हुए आ उन्हां दी मदद कर रहे हैगे आ। मैं तो यही कहूँगी भी जो सैल्फ एफीडेविट सैल्फ कंट्राडिक्टरी हैगा वा ਉਹਦੇ ਵਿੱਚ ਮੇਜਰ ਫੈਕਟਸ ਨੂੰ ਕੰਸੀਲ ਕਰਕੇ ਫਾਲਸ ਫੈਕਟਸ ਦਿੱਤੇ ਗਏ ਹੈਗੇ ਨੇ। ਮੈਨੂੰ ਇਲੈਕਸ਼ਨਾਂ ਦੀ ਫੇਅਰ ਇਲੈਕਸ਼ਨਾਂ ਦੀ 1% ਵੀ ਉਮੀਦ ਨਹੀਂ ਹੈਗੀ ਔਰ ਮੈਂ ਚੋਣ ਕਮਿਸ਼ਨ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗੀ ਕਿ ਜਿਹੜੇ ਵੀ ਇੱਥੇ ਇਸ ਟਾਈਮ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਫੀਸਰਸ ਨੇ ਚੋਣ ਕਮਿਸ਼ਨ ਵੱਲੋਂ ਵੀ ਆਏ ਹੋਏ ਨੇ ਜਾਂ ਸਾਡਾ ਪੁਲਿਸ ਡਿਪਾਰਟਮੈਂਟ ਆ ਇਲੈਕਸ਼ਨਸ ਦੇ ਤੱਕ ਉਹਨਾਂ ਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ ਜਾਵੇ ਤੇ ਸਾਨੂੰ ਪੰਜਾਬ ਤੋਂ ਬਾਹਰ ਵਾਲੇ ਆਫੀਸਰਸ ਜਿਹੜੇ ਆ ਐਡਮਿਨਿਸਟ੍ਰੇਸ਼ਨ ਤੇ ਉਹ ਦਿੱਤੇ ਜਾਣ ਤਾਂ ਉਹੀ ਸਾਡਾ ਇੱਕ ਫੇਅਰ ਇਲੈਕਸ਼ਨ ਕਰਵਾ ਸਕਦੇ ਆ। ਔਰ ਅਸੀਂ ਇਹ ਵੀ ਅੱਗੇ ਚਾਹਾਂਗੇ ਕਿ ਇੱਥੋਂ ਪੰਜਾਬ ਪੁਲਿਸ 20 ਤਰੀਕ ਤੱਕ ਇੱਥੋਂ ਵਾਪਸ ਲੈ ਲਿੱਤੀ ਜਾਵੇ, ਇੱਥੇ ਟੋਟਲ ਪੈਰਾਮਿਲਟਰੀ ਫੋਰਸਿਸ ਲਗਾ ਦਿੱਤੀਆਂ ਜਾਣ ਕਿਉਂਕਿ ਹਰ ਕੰਮ ਰਾਣਾ ਜੀ ਦੇ ਇਸ਼ਾਰੇ ਤੇ ਹੁੰਦਾ ਹੈਗਾ। ਉਹਦਾ ਇੱਕ ਬਿਗ ਐਗਜ਼ਾਮਪਲ ਹੈ ਕਿ ਸਾਨੂੰ